ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਚੈਨਲ ਪੰਥਕ ਏਜੰਡਾ ਤੇ ਅਸੀਂ ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ। ਸਾਡੇ ਨਾਲ ਅੱਜ ਦੇ ਵਿਸ਼ੇ ਤੇ ਗੱਲਬਾਤ ਕਰਨ ਵਾਸਤੇ ਭਾਈ ਹਰਸਿਮਰਨ ਸਿੰਘ ਜੀ ਜੁੜ ਚੁੱਕੇ ਹਨ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਈ ਹਰਸਿਮਰਨ ਸਿੰਘ ਜੀ, ਤੁਹਾਡਾ ਸਵਾਗਤ ਹੈ। ਸਾਡਾ ਪਹਿਲਾ ਸਵਾਲ ਤੁਹਾਨੂੰ ਇਹ ਹੈ ਕਿ ਜੋ ਇਸ ਵੇਲੇ ਪੰਜਾਬ ਦੀ ਰਾਜਨੀਤੀ ਵਿੱਚ ਉਥਾਲ ਆਇਆ ਹੋਇਆ ਹੈ, ਜੋ ਮੁੱਖ ਮੰਤਰੀ ਅਤੇ ਰਾਜਪਾਲ ਦੇ ਵਿੱਚ ਇੱਕ ਕਲੇਸ਼ ਚੱਲ ਰਿਹਾ ਹੈ, ਤੁਸੀਂ ਉਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਅਤੇ ਇਸ ਦਾ ਕੀ ਹੱਲ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਥਕ ਏਜੰਡਾ ਚੈਨਲ ਦੇ ਦਰਸ਼ਕਾਂ ਨੂੰ ਬਹੁਤ ਬਹੁਤ ਸਵਾਗਤ ਹੈ, ਉਹਨਾਂ ਦਾ ਧੰਨਵਾਦ ਤੁਹਾਡਾ। ਹਰਪ੍ਰੀਤ ਸਿੰਘ, ਤੁਸੀਂ ਮੈਨੂੰ ਇਸ ਵਿਸ਼ੇ ਬਾਰੇ ਗੱਲ ਕਰਨ ਦਾ ਮੌਕਾ ਦਿੱਤਾ। ਜੋ ਤੁਸੀਂ ਵਿਚਾਰ ਦਿੱਤਾ ਹੈ, ਜੋ ਕੁਐਸਚਨ ਉਠਾਇਆ ਹੈ, ਇਹ ਪਿਛਲੇ 1 ਸਾਲ ਤੋਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਈ ਕਰਵਟ ਲੈ ਕੇ ਅੱਜ ਇੱਕ ਨਵੇਂ ਮੋੜ 'ਤੇ ਦਾਖਲ ਹੋ ਚੁੱਕਾ ਹੈ। ਲੜਾਈ ਇਹ ਹੈ ਜਾਂ ਮੁੱਦਾ ਇਹ ਹੈ ਕਿ ਜੋ ਕੇਂਦਰ ਸਰਕਾਰ ਵੱਲੋਂ ਕੰਸਟੀਟਿਊਸ਼ਨਲੀ ਹੈੱਡ ਜੋ ਕਰਦਾ ਹੈ ਉਹ ਗਵਰਨਰ ਕਰਦਾ ਹੈ, ਕੰਸਟੀਟਿਊਸ਼ਨ ਹੈੱਡ ਹੈ। ਲੇਕਿਨ ਜਿਹੜਾ ਸਟੇਟ ਦਾ ਮੁੱਖ ਮੰਤਰੀ ਹੈ ਉਹ ਲੋਕਾਂ ਦੀ ਵੋਟਾਂ ਚੁਣ ਕੇ ਆਇਆ ਕਾਨੂੰਨੀ ਹੈੱਡ ਹੁੰਦਾ ਹੈ। ਲੜਾਈ ਇਸ ਲਈ ਸਿਰਫ ਇਹ ਹੈ ਕਿ ਰਿਲੇਸ਼ਨਸ ਦੀ ਜਿਹੜੀ ਸੈਪਰੇਸ਼ਨ ਆਫ ਪਾਵਰਸ ਕੰਸਟੀਟਿਊਸ਼ਨ ਨੇ ਵੰਡੀਆਂ, ਡਿਵੀਜ਼ਨ ਆਫ ਪਾਵਰ ਵੰਡੀਆਂ ਹੋਈਆਂ ਨੇ, ਉਹਨਾਂ ਦੀ ਵਰਤੋਂ ਦਾ ਹੈ। ਪੰਜਾਬ ਦੇ ਵਿੱਚ, ਬਲਕਿ ਮੈਂ ਸਮਝਦਾ ਕਿ ਭਾਰਤ ਦੇ ਵਿੱਚ ਵੀ ਕਿਸੇ ਸਟੇਟ ਦੇ ਵਿੱਚ ਇਹੋ ਜਿਹੀ ਸਥਿਤੀ ਕਦੇ ਨਹੀਂ ਬਣੀ ਜਦੋਂ ਕਿ ਜੋ ਰਾਜਪਾਲ ਨੇ ਉਹਨਾਂ ਨੇ ਆਪਣੇ ਸਟੇਟ ਦੇ ਮੁੱਖ ਮੰਤਰੀ ਨੂੰ ਇਸ ਢੰਗ ਦੇ ਨਾਲ ਕੋਈ ਕੁਐਸਚਨ ਕੀਤੇ ਹੋਣ। ਉਹਨਾਂ ਦੇ ਜਿਹੜੇ ਕੰਮ ਕਰਦੇ ਨੇ ਜਾਂ ਜਿਸ ਤਰ੍ਹਾਂ ਜੋ ਪਾਲਿਸੀਜ਼ ਬਣਾਉਂਦੇ ਨੇ ਵੱਖ-ਵੱਖ ਫੀਲਡ ਦੇ ਵਿੱਚ, ਉਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਹੋਵੇ ਕਿ ਮੈਨੂੰ ਦੱਸਿਆ ਜਾਵੇ ਕਿ ਤੁਸੀਂ ਕੀ ਕਰਦੇ ਹੋ। ਇਹ ਜਿਹੜੀ ਗੱਲ ਹੈ ਉਸ ਨਾਲ ਕੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਨੂੰ ਇਸ ਤਰੀਕੇ ਨਾਲ ਲਿਆ ਕਿ ਤੁਸੀਂ ਜਿਹੜੀ ਸਾਡੇ ਖਾਮਖਾਹ ਦਖਲ ਦਿੰਦੇ ਹੋ ਔਰ ਸਾਨੂੰ ਜਿਹੜਾ ਕੰਮ ਨਹੀਂ ਕਰਨ ਦਿੰਦੇ, ਕਿਉਂਕਿ ਦਿੱਲੀ ਮਾਡਲ ਦੇ ਵਿੱਚ ਇਸ ਤਰ੍ਹਾਂ ਹੀ ਹੋ ਰਿਹਾ। ਦਿੱਲੀ ਵਿੱਚ ਲੈਫਟੀਨੈਂਟ ਗਵਰਨਰ ਜਿਹੜਾ ਹੈਗਾ ਉਹ ਕਨਸਟੀਟਿਊਸ਼ਨਲੀ ਮੋਰ ਪਾਵਰਫੁਲ ਦੈਨ ਚੀਫ ਮਿਨਿਸਟਰ ਹੈ। ਪਰ ਪੰਜਾਬ ਦੀ ਸਥਿਤੀ ਤਾਂ ਵੱਖਰੀ ਹੈ, ਕਿਉਂਕਿ ਪੰਜਾਬ ਇੱਕ ਫੁੱਲ ਫਲੈਜ ਸਟੇਟ ਹੈ। ਇਹਦਾ ਆਪਣਾ ਇੱਕ ਪ੍ਰਭਾਵ ਹੈ, ਆਪਣਾ ਇੱਕ ਇਹਦੀ ਕੰਸਟੀਟਿਊਸ਼ਨਲੀ ਇੱਕ ਵੈਲਿਡਿਟੀ ਹੈ। ਸੋ ਉਸ ਵਿੱਚ ਜਾ ਕੇ ਜਦੋਂ ਇਸ ਨੂੰ ਕਿਹਾ ਗਿਆ ਤਾਂ ਕੁਝ ਚਿੱਠੀਆਂ ਵੀ ਆਈਆਂ, ਆਦਾਨ ਪ੍ਰਦਾਨ ਹੋਇਆ, ਸੈਸ਼ਨ ਬੁਲਾਉਣ ਬਾਰੇ ਵੀ ਕਈ ਤਰ੍ਹਾਂ ਦੀਆਂ ਅੜਚਣਾਂ ਪੈਦਾ ਕੀਤੀਆਂ ਗਈਆਂ। ਫਿਰ ਮੁੱਖ ਮੰਤਰੀ ਨੇ ਸੁਪਰੀਮ ਕੋਰਟ ਦੇ ਵਿੱਚ ਇਸ ਬਾਰੇ ਅਪਰੋਚ ਕੀਤੀ। ਸੁਪਰੀਮ ਕੋਰਟ ਨੇ ਦੋਨਾਂ ਨੂੰ ਹਦਾਇਤਾਂ ਕੀ ਤੁਸੀਂ ਰਲ ਮਿਲ ਕੇ ਜੋ ਕੰਸਟੀਟਿਊਸ਼ਨਲ ਜ਼ਿੰਮੇਵਾਰੀ ਨੇ ਉਸ ਨੂੰ ਤੁਸੀਂ ਚਲਾਓ। ਪਰ ਜਿਹੜੇ ਬਿੱਲ ਪਿਛਲੇ 20 ਤਰੀਕ ਨੂੰ 20 ਜੁਲਾਈ ਸੈਸ਼ਨ ਹੋਇਆ ਸੀ, ਉਹਦੇ ਜੋ ਬਿੱਲ 4 ਪਾਸ ਕੀਤੇ ਗਏ, ਭੇਜੇ ਗਏ, ਉਹ ਇਹਨੂੰ ਰੋਕ ਲਏ ਹੋਏ ਨੇ, ਜਿਹਦੇ 'ਚ PTC ਚੈਨਲ ਦਾ ਮੁੱਦਾ ਵੀ ਜਿਹੜਾ ਗਰਮਾਇਆ ਹੋਇਆ ਸੀ। ਸੋ ਮੈਂ ਸਮਝਦਾ ਕਿ ਇਸ ਲਈ ਜਿਹੜੀ ਹੁਣ ਜਿਹੜੇ ਰਾਜਪਾਲ ਨੇ ਮਿਸਟਰ ਪੁਰੋਹਿਤ ਨੇ, ਉਹਨਾਂ ਨੇ ਜੋ ਇਸ ਲਈ ਚਿੱਠੀ ਲਿਖੀ ਹੈ 20 ਅਗਸਤ ਨੂੰ, ਉਸ ਦੇ ਨਾਲ ਇੱਕ ਤਰ੍ਹਾਂ ਦਾ ਉਬਾਲ ਜਾ ਗਿਆ, ਤੂਫਾਨ ਖੜਾ ਹੋ ਗਿਆ ਕਿ ਉਸ ਨੇ ਇਸ ਗੱਲ ਲਈ ਆਪਣੇ ਉਸ 4 ਪੇਜ ਦੇ ਪਹਿਰੇ ਦੇ ਵਿੱਚ, ਚਿੱਠੀ ਦੇ ਵਿੱਚ ਆਖਰੀ ਪਹਿਰੇ 'ਚ ਇਹ ਵਾਰਨਿੰਗ ਦਿੱਤੀ ਹੈ ਕਿ ਜੇਕਰ ਮੇਰੀਆਂ ਗੱਲਾਂ ਦਾ ਜਵਾਬ ਨਾ ਦਿੱਤਾ ਗਿਆ ਅਤੇ ਜੇਕਰ ਤੁਸੀਂ ਇਸ ਤਰੀਕੇ ਨਾਲ ਮੇਰੀ ਜਿਹੜੀ ਸ਼ਖਸੀਅਤ ਹੈ ਜਾਂ ਮੇਰਾ ਅਹੁਦੇ ਦਾ ਮਜ਼ਾਕ ਉਡਾਉਂਦੇ ਰਹੇ ਤਾਂ ਮੈਂ 356 ਦੇ ਅਧੀਨ ਤਹਿ ਸੈਂਟਰ ਨੂੰ ਕਮੈਂਟ ਕਰਾਂਗਾ ਕਿ ਇੱਥੇ ਰਾਸ਼ਟਰਪਤੀ ਰਾਜ, ਗਵਰਨਰੀ ਰਾਜ ਲਗਾ ਦਿੱਤਾ ਜਾਵੇ। ਇਹ ਆਪਣੇ ਆਪ 'ਚ ਬੜੀ ਵੱਡੀ ਇੱਕ ਤਰ੍ਹਾਂ ਦੀ ਵਾਰਨਿੰਗ ਹੈ, ਚੇਤਾਵਨੀ ਹੈ, ਜਾਂ ਸਾਡੇ ਪੰਜਾਬ ਵਾਸਤੇ ਵੀ ਇੱਕ ਤਰ੍ਹਾਂ ਦਾ ਚੇਤਾਵਨੀ ਬਣ ਜਾਂਦੀ ਹੈ ਕਿ ਕੀ ਰਾਜਪਾਲ ਇੱਕ ਤਰੀਕੇ ਨਾਲ ਜਦੋਂ ਇੱਕ ਸਟੇਟ ਗੌਰਮੈਂਟ ਚੱਲ ਰਹੀ ਹੈ ਤਰੀਕੇ ਨਾਲ, ਉਸ ਨੂੰ ਇਸ ਢੰਗ ਦੇ ਨਾਲ ਵਾਰਨਿੰਗ ਦੇ ਸਕਦਾ ਹੈ? ਕੀ ਕੇਂਦਰ ਸਰਕਾਰ ਇਸ ਪਰਖਾਏ ਕਿ ਉਸ ਦੀ ਗੱਲ ਨੂੰ ਮੰਨਦੇ ਹੋਏ ਪੰਜਾਬ 'ਚ ਰਾਸ਼ਟਰਪਤੀ ਰਾਜ ਲਗਾ ਦੇਗੀ? ਕੀ ਇਹ ਕੇਂਦਰ ਸਰਕਾਰ ਅਤੇ ਗਵਰਨਰ ਦੀ ਆਪਸੀ ਕੋਈ ਮਿਲੀ ਭੁਗਤ ਸਾਂਝ ਤਾਂ ਨਹੀਂ? ਕੀ ਰਾਸ਼ਟਰਪਤੀ ਦੇ ਵਿੱਚ ਦਖਲ ਹੈ? ਸੋ ਮੈਂ ਸਮਝਦਾ ਕਿ ਐਸੇ ਜਿਹੜੇ ਸਵਾਲ ਉੱਠ ਖੜੇ ਹੋਏ ਨੇ, ਉਸ ਦੇ ਵਿੱਚ ਜਿਹੜਾ ਰਾਜਨੀਤਿਕ ਲੜਾਈ ਨਾਲੋਂ ਜਾਂ ਸਿਧਾਂਤਕ ਲੜਾਈ ਨਾਲੋਂ ਜਾਂ ਫੈਡਰਲ ਸਟਰਕਚਰ ਦੇ ਅਨੁਸਾਰ ਤਾਕਤਾਂ ਦੀ ਵੰਡ ਦੇ ਨਾਲੋਂ ਇਹ ਈਗੋ ਦੀ ਲੜਾਈ ਬਣਦੀ ਜਾ ਰਹੀ ਹੈ, ਪਰਸਨਲ ਲੜਾਈ ਬਣਦੀ ਜਾ ਰਹੀ ਹੈ ਬਿਟਵੀਨ ਰਾਜਪਾਲ ਐਂਡ ਚੀਫ ਮਿਨਿਸਟਰ। ਅਤੇ ਜਿਹੜਾ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਰਾਹੀਂ ਜੋ ਚੇਤਾਵਨੀ ਨੂੰ ਸਵੀਕਾਰ ਕਰ ਲਿਆ ਕਿ ਅਸੀਂ ਤਾਂ ਇਸ ਦਾ ਸਵੀਕਾਰ ਕਰਦੇ ਹਾਂ, ਅਸੀਂ ਨਹੀਂ ਕਰਾਂਗੇ, ਅਸੀਂ ਨਹੀਂ ਚੁੱਕਾਂਗੇ, ਇਸ ਵਾਸਤੇ ਉਹਨਾਂ ਨੇ ਇੱਕ ਤਰ੍ਹਾਂ ਦਾ ਉਹ ਜਿਹੜੀ ਲੈਟਰ ਲਿਖਿਆ ਜਾਂ ਜੋ ਉਹਦੇ 'ਚ ਉਹਨਾਂ ਨੇ ਚੇਤਾਵਨੀ ਦਿੱਤੀ, ਉਸ ਨੂੰ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਉਸ ਨੂੰ ਡਿਸਆਊਂਡ ਕੀਤਾ ਜਾਂ ਉਸ ਨੂੰ ਮਤਲਬ ਉਹਨੂੰ ਚੈਲੰਜ ਕੀਤਾ। ਸੋ ਇੱਥੇ ਆ ਕੇ ਬੜੀ ਵੱਡੀ ਸਥਿਤੀ ਬਣ ਗਈ ਹੈ ਕਿ ਕੀ ਪੰਜਾਬ ਦੇ ਹਾਲਾਤ ਇਸ ਤਰੀਕੇ ਨਾਲ ਬਣਦੇ ਜਾਂਦੇ ਨੇ ਕਿ ਕੰਸਟੀਟਿਊਸ਼ਨ ਕ੍ਰਾਈਸਿਸ ਆ ਜਾਏਗਾ? ਕਿ 1987 ਤੋਂ ਜਾਂ ਉਸ ਤੋਂ ਪਹਿਲਾਂ ਜੋ ਸੰਘਰਸ਼ ਲੜੇ ਗਏ, ਸਿੱਖ ਸੰਘਰਸ਼ ਲੜੇ ਗਏ, ਉਸ ਦੇ ਨਾਲ ਜੋ ਪੰਜਾਬ ਨੇ ਰਾਸ਼ਟਰਪਤੀ ਰਾਜ ਦਾ ਇੱਕ ਸੰਤਾਪ ਹੰਡਾਇਆ ਹੈ,
ਕੀ ਪੰਜਾਬ ਨੂੰ ਹੁਣ ਉਸ ਤਰ੍ਹਾਂ ਉਠਾਉਣਾ ਪਏਗਾ? ਇੱਕ ਚੁਣੀ ਸਰਕਾਰ ਨੂੰ ਜਿਹਦਾ ਇੱਕ ਬੜਾ ਹੈਵੀ ਮੈਂਡੇਟ ਹੈ, ਉਸ ਨੂੰ ਅਸੀਂ ਅਗਰ ਥੋੜ੍ਹੀ ਜਿਹੀ ਇਸ ਇਸ਼ੂ 'ਤੇ ਲੈ ਕੇ, ਜਿਹੜੇ ਐਡਮਿਨਿਸਟ੍ਰੇਟਿਵ ਇਸ਼ੂਜ਼ ਨੇ, ਜਿਹਦੇ 'ਚ ਰਾਜਪਾਲ ਦਾ ਇੱਕ ਤੌਰ 'ਤੇ ਸੰਵਿਧਾਨਕ ਅਧਾਰ ਮੰਨ ਸਕਦਾ ਕਿ ਉਹਦੇ 'ਚ ਉਹਨੂੰ ਚੀਫ ਮਿਨਿਸਟਰ ਨੂੰ ਵੀ ਚਾਹੀਦਾ ਸੀ ਕਿ ਉਹ ਨਾਲ ਮਿਲ ਜੁਲ ਕੇ ਚੱਲਣ ਦੀ ਇੱਕ ਜਿਹੜੀ ਮਰਿਆਦਾ ਚੱਲਦੀ ਆ ਰਹੀ ਹੈ, ਪਰੰਪਰਾ ਚੱਲੀ ਆ ਰਹੀ ਹੈ, ਉਸ ਨੂੰ ਸਭ ਚੱਲਦਾ, ਤਾਂ ਮੇਰਾ ਖਿਆਲ ਹੈ ਇਹ ਇਤਨੀ ਵੱਡੀ ਸਥਿਤੀ ਨਹੀਂ ਸੀ ਬਣਨੀ। ਪਰ ਹੁਣ ਜਦੋਂ ਕਿ ਦੋਨੋਂ ਸਥਿਤੀਆਂ ਨੇ ਆਪਣੀ ਜਿਹੜੀ ਪੋਜੀਸ਼ਨ ਲੈ ਲਈ ਹੈ ਦੋਨੋਂ ਅਹੁਦੇਦਾਰਾਂ ਨੇ, ਤਾਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਵੱਡੀ ਲੜਾਈ ਵੱਲ ਤਾਂ ਨਹੀਂ ਜਾ ਰਹੀ ਲੜਾਈ? ਕੀ ਇੱਕ ਪੰਜਾਬ ਇੱਕ ਨਵੇਂ ਸੰਕਟ ਦੀ ਗਹਿਰਾਈ ਵਿੱਚ ਜਾ ਰਿਹਾ ਹੈ? ਕੀ ਪੰਜਾਬ ਦੇ ਲੋਕਾਂ ਨੂੰ ਇੱਕ ਨਵਾਂ ਸੰਤਾਪ ਉਠਾਉਣਾ ਪਏਗਾ? ਜਦੋਂ ਕਿ ਇਹਨਾਂ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਤਿਆਗ ਕੇ ਜਾਂ ਅਕਾਲੀ ਦਲ ਨੂੰ ਤਿਆਗ ਕੇ ਇਹਨਾਂ ਨੂੰ ਚੋਣ ਲੜਾਈ ਵਿੱਚ ਤਾਕਤ ਦਿੱਤੀ, ਕੀ ਇਹ ਰਾਜਪਾਲ ਦੀ ਜਿਹੜੀ ਸ਼ਕਤੀਆਂ ਨੇ ਉਹਦਾ ਕੀ ਵੰਡ ਹੋਣਾ ਚਾਹੀਦਾ ਹੈ? ਕਿਉਂਕਿ ਇੰਦਰਾ ਗਾਂਧੀ ਨੇ ਜਦੋਂ ਸਰਕਾਰੀ ਕਮਿਸ਼ਨ ਬਣਾਇਆ ਸੀ 356 ਬਾਰੇ ਗੱਲਬਾਤ ਕਰਨ ਦਾ, ਤਾਂ ਉਸ ਸਰਕਾਰੀ ਕਮਿਸ਼ਨ ਨੇ ਇਹ ਰਿਕਮੈਂਡ ਕੀਤਾ ਸੀਗਾ ਕਿ ਇੱਕ ਤਾਂ 356 ਧਾਰਾ ਨੂੰ ਨਹੀਂ ਵਰਤਣਾ ਚਾਹੀਦਾ, ਔਰ ਦੂਸਰਾ ਜਿਹੜੀਆਂ ਰਾਜਪਾਲ ਦੀਆਂ ਤਾਕਤਾਂ ਨੂੰ ਕੰਟੇਲ ਕਰਨਾ ਚਾਹੀਦਾ ਹੈ। ਉਹਦੀ ਜਿਹੜੀ ਉਹਦੇ 'ਤੇ ਬੰਦਸ਼ ਲਗਾਉਣੀ ਚਾਹੀਦੀ ਹੈ ਕਿ ਅਨਨੈਸੈਸਰੀ ਰਾਜਪਾਲ ਨੂੰ ਦਖਲ ਨਹੀਂ ਦੇਣਾ ਚਾਹੀਦਾ। ਸੋ ਮੈਂ ਸਮਝਦਾ ਕਿ ਇੱਕ ਫੈਡਰਲ ਸਟਰਕਚਰ 'ਤੇ ਬੜੀ ਵੱਡਾ ਵਾਰ ਹੈ। ਇਸ ਬਾਰੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਬਣਦੇ ਨੇ, ਇਸ ਬਾਰੇ ਸਾਨੂੰ ਦੇਖਣਾ ਪਏਗਾ। ਪਰ ਜਿਹੜੇ ਸਾਡੇ ਪੋਲੀਟੀਕਲ ਐਨਾਲਿਸਟ ਨੇ ਜਾਂ ਵਿਦਵਾਨ ਨੇ ਜਾਂ ਜਿਹੜੇ ਸਾਡੇ ਪੋਲੀਟੀਕਲ ਲੋਕ ਨੇ ਇਹਨੂੰ ਬੜੇ ਤਰੀਕੇ ਨਾਲ ਵਾਚ ਕਰ ਰਹੇ ਨੇ, ਔਰ ਕੀ ਸਥਿਤੀ ਬਣੇਗੀ ਇਸ ਬਾਰੇ ਮੈਂ ਸਮਝਦਾ ਕਿ ਸਾਡੇ ਵਾਸਤੇ ਬੜੀ ਇੱਕ ਚੇਤਾਵਨੀ ਬਣੀ ਹੋਈ ਹੈ। ਜਿਹੜੀ ਸਰਦਾਰ ਹਰਸਿਮਰਤ ਸਿੰਘ ਜੀ ਤੁਸੀਂ ਗੱਲ ਕੀਤੀ ਹੈ ਕਿ ਇਹ ਪੰਜਾਬ ਇੱਕ ਸੰਵਿਧਾਨਕ ਸੰਕਟ ਵੱਲ ਵੱਧ ਰਿਹਾ ਹੈ, ਕੀ ਇਹ ਜਿਹੜੀ ਈਗੋ ਦੀ ਲੜਾਈ ਹੈ ਜਾਂ ਜਿਹੜੀ ਦੋ ਪਰਸਨੈਲਿਟੀ ਦਾ ਕਲੈਸ਼ ਹੈ, ਇਹ ਲੜਾਈ ਫੈਡਰਲ ਢਾਂਚੇ ਵੱਲ ਵੱਧਦੀ ਨਜ਼ਰ ਆਵੇਗੀ ਜਾਂ ਇਹ ਇੱਕ ਯਤਨ ਹੈ ਜੋ ਕੇਂਦਰ ਸਰਕਾਰ ਰਾਜਪਾਲ ਦੇ ਰਾਹੀਂ ਪੰਜਾਬ ਦੇ ਵਿੱਚ ਰਾਜ ਕਰਨ ਦੀ ਗੱਲ ਕਰ ਰਿਹਾ ਹੈ? ਸਰਪ੍ਰੀਤ ਸਿੰਘ, ਜੋ ਤੁਸੀਂ ਸਵਾਲ ਕੀਤਾ ਹੈ ਬੜਾ ਅਹਿਮ ਹੈ। ਅਹਿਮ ਇਸ ਦ੍ਰਿਸ਼ਟੀਕੋਣ ਤੋਂ ਹੈ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ 50 ਸਾਲ ਤੋਂ, ਬਲਕਿ ਮੈਂ ਸਮਝਦਾ ਕਿ 1947 ਤੋਂ ਲੈ ਕੇ ਜੋ ਕੇਂਦਰ ਸਰਕਾਰ ਵਿੱਚ ਸੰਘਰਸ਼ ਚੱਲਦਾ ਆ ਰਿਹਾ ਹੈ, ਉਹ ਵੱਖ-ਵੱਖ ਪੜਾਅ ਤੈਅ ਕਰਦਾ ਹੈ। ਇਸ ਲਈ 2023 ਦੇ ਇੱਕ ਨਵੇਂ ਪੜਾਅ ਸ਼ਾਮਲ ਹੋ ਰਿਹਾ। ਇਹਦੇ ਵਿੱਚ ਅਮਰਨਾਥਪੁਰ ਸਾਹਿਬ ਦਾ ਮਤਾ ਵੀ ਆਇਆ ਹੈ ਕਿ ਧਰਮਯੁੱਧ ਮੋਰਚਾ ਵੀ ਲੜਿਆ ਗਿਆ, ਪੰਥ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੇ ਹੋਰ ਸਾਰੀ ਲੜਾਈ ਲੜੀ ਗਈ ਹੈ। ਉਸ ਅਨੁਸਾਰ ਜੋ ਲੜਾਈ ਲੜੀ ਗਈ ਹੈ ਉਹ ਤਾਂ ਕਿਸੇ ਨਾ ਕਿਸੇ ਰੂਪ ਵਿੱਚ ਸਾਡੀ ਸਫਾ ਦੇ ਹੇਠਾਂ ਜਾਂ ਪੋਲੀਟੀਕਲ ਸਰਕਲ ਦੇ ਵਿੱਚ ਜਾਂ ਸਾਡੇ ਮਨਾਂ ਦੇ ਵਿੱਚ ਲੜਾਈ ਚੱਲ ਹੀ ਰਹੀ ਹੈ ਨਾ ਜੀ। ਸੋ ਜਦੋਂ ਇਸ ਲਈ ਇੱਕ ਨਵੀਂ ਸਥਿਤੀ ਬਣੀ ਹੈ ਕਿ ਫੈਡਰਲ ਸਟਰਕਚਰ ਜਾਂ ਜਿਹੜਾ ਕੇਂਦਰ ਸਰਕਾਰਾਂ ਨੇ, ਚਾਹੇ ਬੀਜੇਪੀ ਦੀ ਹੈ ਚਾਹੇ ਕਾਂਗਰਸ ਦੀ ਹੈ, ਉਹ ਤਾਂ ਸਟੇਟਾਂ ਦੇ ਅਧਿਕਾਰਾਂ ਨੂੰ ਦਬਾ ਰਹੀਆਂ ਨੇ। ਕਿਉਂਕਿ ਅਨੰਦਪੁਰ ਸਾਹਿਬ ਦਾ ਮਤਾ ਜਦੋਂ ਆਇਆ ਸੀ ਉਸ ਵੇਲੇ ਕੇਂਦਰ ਕਾਂਗਰਸ ਦੀ ਸਰਕਾਰ ਸੀ। ਉਹਦੇ ਵਿੱਚ ਅਕਾਲੀ ਦਲ ਨੇ ਇਸ ਗੱਲ ਬਾਰੇ ਸਪਸ਼ਟ ਲਿਖਿਆ ਹੋਇਆ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਸਾਡਾ ਵੱਖਰਾ ਸਟੇਟਸ ਦਿੱਤਾ ਜਾਵੇ, ਸਾਡਾ ਵੱਖਰਾ ਇੱਕ ਸੰਵਿਧਾਨ ਬਣਾਇਆ ਜਾਏ, ਵਿਧੀ ਵਿਧਾਨ ਬਣਾਇਆ ਜਾਏ, ਔਰ ਸਾਡਾ ਵੱਖਰਾ ਝੰਡਾ ਦਿੱਤਾ ਜਾਵੇ। ਅਨੰਦਪੁਰ ਦਾ ਮਤੇ ਸਪਸ਼ਟ ਲਿਖਿਆ ਗਿਆ, ਤਾਕਤਾਂ ਦੀ ਵੰਡ ਨੂੰ ਨਵੇਂ ਸਿਰਿਓਂ ਸੰਵਿਧਾਨ ਦੇ ਵਿੱਚ ਲਿਖਣ ਦਾ ਜ਼ਿਕਰ ਕੀਤਾ ਗਿਆ। ਉਹ ਮਤਾ ਤਾਂ ਭਾਵੇਂ ਸੰਘਰਸ਼ ਨਹੀਂ ਲੜਿਆ ਜਾ ਰਿਹਾ ਸੀ, ਲੇਕਿਨ ਉਸ ਤੋਂ ਬਾਅਦ ਸਟੇਟਹੁੱਡ ਦਾ ਜਾਂ ਸੋਵਰੇਨਟੀ ਦਾ ਸੰਘਰਸ਼ ਲੜਦਾ ਰਿਹਾ। ਕਿਸ ਤਰੀਕੇ ਨਾਲ ਉਤਰਾ ਚੜ੍ਹਾਅ ਉਹ ਵੱਖਰਾ ਵਿਸ਼ਾ ਹੈ। ਪਰ ਜੋ ਇਸ ਲੜਾਈ ਦੇ ਵਿੱਚ ਦੋਨਾਂ ਧਿਰਾਂ ਦੇ ਵਿੱਚ ਜਾਂ ਦੋਨੋਂ ਅਹੁਦਿਆਂ ਦੇ ਵਿਚਕਾਰ ਲੜਾਈ ਚੱਲ ਰਹੀ ਹੈ, ਇਹਦੇ ਵਿੱਚ ਅਲਟੀਮੇਟਲੀ ਤਾਂ ਸਵਾਲ ਤਾਂ ਫੈਡਰਲ ਸਟਰਕਚਰ ਦੀ ਵੱਲ ਆਏਗਾ ਨਾ ਜੀ, ਕਿ ਕੀ ਭਾਰਤ ਦੀ ਸਰਕਾਰ ਬੀਜੇਪੀ, ਜਿਹਦਾ ਕਿ ਉਹ ਨੁਮਾਇੰਦਾ ਹੈ, ਕਿ ਉਹ ਬੜਾ ਹੰਢਿਆ ਹੋਇਆ ਪੋਲੀਟੀਸ਼ੀਅਨ ਵੀ ਹੈ, ਕਿ ਉਹ ਬੀਜੇਪੀ ਦੀ ਗੇਮ ਤਾਂ ਨਹੀਂ ਖੇਡ ਰਿਹਾ ਕਿ ਇੱਕ ਤਰ੍ਹਾਂ ਦਾ ਪੰਜਾਬ ਨੂੰ ਚੈਲੰਜ ਕਰਕੇ, ਪੰਜਾਬ ਦੇ ਲੋਕਾਂ ਨੂੰ ਅਸੀਂ ਫੈਡਰਲ ਸਟਰਕਚਰ ਬਾਰੇ ਇੱਕ ਤਰ੍ਹਾਂ ਦੀ ਚੈਲੰਜ ਕਰਕੇ ਅਸੀਂ ਯੂਨਿਟਰੀ ਫਾਰਮ ਆਫ ਗੌਰਮੈਂਟ ਜਾਂ ਰਾਜਾਂ ਦੀਆਂ ਸਟੇਟਾਂ ਜਿਹੜੀਆਂ ਤਾਕਤਾਂ ਨੇ ਉਹਨੂੰ ਆਪਣੇ ਹੱਥ 'ਚ ਕਰੀਏ। ਇੱਕ ਤਾਂ ਮੁੱਦਾ ਇਹ ਹੈ। ਪਰ ਦੂਸਰਾ ਮੁੱਦਾ ਇਹ ਹੈ ਕਿ ਜੋ ਸਿੱਖ ਪੰਥ ਪਿਛਲੇ ਇੰਨੇ ਸਾਲਾਂ ਤੋਂ ਸੰਘਰਸ਼ ਲੜਦਾ ਆ ਰਿਹਾ ਹੈ, ਕਿ ਉਹ ਜਿਹੜਾ ਸੰਘਰਸ਼ ਹੈ ਇੱਕ ਨਵਾਂ ਰੂਪ ਧਾਰਿਆ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਰਾਜ ਸੱਤਾ 'ਚ ਰਹਿੰਦਿਆਂ ਸਿੱਖ ਪੰਥ ਦੀਆਂ ਕੋਈ ਮੰਗਾਂ ਨਹੀਂ ਮਨਵਾ ਸਕੇ, ਔਰ ਕਾਂਗਰਸ ਨੇ ਤਾਂ ਕਦੀ ਇਸ ਬਾਰੇ ਗੱਲ ਹੀ ਨਹੀਂ ਕੀਤੀ ਫੈਡਰਲ ਸਟਰਕਚਰ ਨੂੰ ਮੌਜੂਦ ਕਰਨ ਦੀ, ਭਾਵੇਂ ਪਾਣੀਆਂ ਦੇ ਮਸਲੇ ਦੇ ਵਿੱਚ ਜਾਂ ਹੋਰ ਕਿਸੇ ਮੁੱਦੇ 'ਤੇ ਪੰਜਾਬ ਅਸੈਂਬਲੀ ਸਟੈਂਡ ਲੈਂਦੀ ਰਹੀ ਹੈ। ਪਰ ਹੁਣ ਜਦੋਂ ਭਗਵੰਤ ਸਿੰਘ ਮਾਨ ਨੇ ਅਣਚਾਹੇ ਰੂਪ 'ਚ ਬਾਈ ਡਿਫਾਲਟ ਅਣਜਾਣੇ ਰੂਪ ਦੇ ਵਿੱਚ ਇੱਕ ਇਸ ਤਰ੍ਹਾਂ ਦੀਆਂ ਜਿਹੜੀਆਂ ਫੈਡਰਲ ਸਟਰਕਚਰ ਦੇ ਉੱਤੇ ਮਤਲਬ ਇੱਕ ਤਰ੍ਹਾਂ ਦਾ ਸਟੈਂਡ ਲੈ ਲਿਆ, ਤਾਂ ਕਿ ਇੱਥੇ ਸਿੱਖ ਪੰਥ ਦਾ ਕੀ ਦ੍ਰਿਸ਼ਟੀਕੋਣ। ਮੁੱਦਾ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਨੇ ਉਸ ਨੂੰ ਇੰਨਾ ਮੰਡੇਟ ਦੇ ਕੇ, ਤਾਕਤ ਦੇ ਕੇ ਚੁਣਿਆ, ਔਰ ਉਹਨਾਂ ਦੀ ਜਿਹੜੀ ਸਾਰੀਆਂ ਸ਼ਕਤੀਆਂ ਲੜ ਰਹੀਆਂ ਨੇ, ਉਹਨਾਂ ਦਾ ਕੀ ਰੋਲ ਹੋਣਾ ਚਾਹੀਦਾ, ਕੀ ਸਟੈਂਡ ਹੋਣਾ ਚਾਹੀਦਾ। ਸੋ ਮੈਂ ਸਮਝਦਾ ਕਿ ਇਸ ਲਈ ਜਿਵੇਂ ਭਾਈ ਡਿਫਾਲਟ ਇਹ ਭਗਵੰਤ ਸਿੰਘ ਮਾਨ ਨੇ ਇੱਕ ਸਟੈਂਡ ਲਿਆ ਹੈ, ਤਾਂ ਇਸ ਨੂੰ ਉਸ ਲੜਾਈ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੀ ਵੇਖਣਾ ਚਾਹੀਦਾ ਕਿ ਜੋ ਕੇਂਦਰ ਸਰਕਾਰ ਵਿਰੁੱਧ ਸਿੱਖ ਪੰਥ ਸੰਘਰਸ਼ ਲੜਦਾ ਆ ਰਿਹਾ ਹੈ, ਉਸ ਦਾ ਇਸ ਵੇਲੇ ਜੋ ਭਗਵੰਤ ਸਿੰਘ ਮਾਨ ਨੇ ਮੁੱਦੇ ਉਠਾਏ ਨੇ, ਆਪਾਂ ਨੂੰ ਉਸ ਗਵਰਨਰੀ ਰਾਜ ਲਗਾਉਣ ਦੇ ਜਿਹੜਾ ਸਟੈਂਡ ਲਿਆ ਉਹਦੀ ਸਪੋਰਟ ਕਰਨੀ ਚਾਹੀਦੀ ਹੈ।
ਸਪੋਰਟ ਇਸ ਤਰ੍ਹਾਂ ਨਾਲ ਕਰਨੀ ਚਾਹੀਦੀ ਹੈ ਕਿ ਅਲਟੀਮੇਟ ਲੜਾਈ ਤਾਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ 'ਚ ਬਣੇਗੀ ਨਾ, ਰਿਲੇਸ਼ਨ ਦੀ ਬਣੇਗੀ, ਜਿਹੜੀ ਤਾਕਤਾਂ ਦੀ ਵੰਡ ਜਿਹੜੀ ਵੰਡ ਕੀਤੀ ਜਾ ਰਹੀ ਹੈ। ਇੱਥੇ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ 1994 ਦੇ ਵਿੱਚ ਜਦੋਂ ਅਕਾਲੀ ਦਲ ਦੀ ਏਕਤਾ ਹੋਈ ਸੀ ਤਾਂ ਉਸ ਸਮੇਂ ਪ੍ਰੋਫੈਸਰ ਮਨਜੀਤ ਸਿੰਘ ਨੇ 7 ਦਲਾਂ ਦੀ ਜੋ ਏਕਤਾ ਕਰਵਾਈ ਸੀ, ਭਾਵੇਂ 'ਚ ਪ੍ਰਕਾਸ਼ ਸਿੰਘ ਬਾਦਲ ਦਾ ਦਲ ਸ਼ਾਮਲ ਨਹੀਂ ਸੀ, ਤਾਂ ਉਹਦੇ 'ਚ ਕਨਫੈਡਰਲ ਮਾਡਲ ਦੇ ਕੇ ਲੈ ਕੇ ਆਏ ਸੀ। ਇਹ ਕਨਫੈਡਰਲ ਮਾਡਲ ਫੈਡਰਲ ਮਾਡਲ ਤੇ ਇੰਡੀਪੈਂਡੈਂਟ ਸਟੇਟ ਦੇ ਵਿਚਕਾਰਲਾ ਇੱਕ ਮਾਡਲ ਹੈ, ਜਿਹਦੇ ਵਿੱਚ ਕਿ ਉਹ ਇੰਡੀਪੈਂਡੈਂਟਲੀ ਇੰਡੀਪੈਂਡੈਂਸ ਦਾ ਸੈਮੀ ਇੰਡੀਪੈਂਡੈਂਸ ਵੱਲ ਜਾਂਦਾ। ਜਿਵੇਂ ਨੂੰ ਆਪਾਂ 370 ਧਾਰਾ, ਜਿਵੇਂ ਪੁਰਾਣੀ 70 ਧਾਰਾ ਜਾਂ ਜੰਮੂ ਕਸ਼ਮੀਰ ਦਾ ਸਟੇਟਸ ਸੀਗਾ, ਉਹਦੀ ਗੱਲ ਕਰਦਾ। ਉਹਦੇ 'ਚ ਉਹਨਾਂ ਨੇ ਕਿਹਾ ਗਿਆ ਸਪਸ਼ਟ ਕਨਫੈਡਰਲ ਢਾਂਚੇ ਦੇ ਵਿੱਚ ਕਿ ਹਿੰਦੁਸਤਾਨ ਦੇ ਪੰਜਾਬ ਜਿਹੜੇ ਨੇ ਵਿਸ਼ੇਸ਼ ਸਲੂਕ ਦੇ ਇਹਨਾਂ ਨੂੰ ਕਰਨਾ ਚਾਹੀਦਾ ਹੈ, ਵਿਸ਼ੇਸ਼ ਸਿਧਾਂਤ ਅਧਿਕਾਰ ਦਿੱਤੇ ਜਾਣੇ ਚਾਹੀਦੇ ਨੇ, ਔਰ ਹਿੰਦੁਸਤਾਨ ਦੇ ਜਿਹੜੇ ਸਟਰਕਚਰ ਹੈ ਉਹਨੂੰ ਕਨਫੈਡਰਲ ਬਣਾਇਆ ਜਾਵੇ, ਜਿਵੇਂ ਅਮਰੀਕਨ ਸਿਸਟਮ ਹੈ ਜਾਂ ਇੰਟਰ ਪ੍ਰੋਵਿੰਸ਼ੀਅਲ ਇੰਟਰ ਗੌਰਮੈਂਟਲ ਕਨਫੈਡਰੇਸ਼ਨ ਯੂਰਪੀਅਨ ਯੂਨੀਅਨ ਦੀ ਹੈ। ਇੱਥੇ ਆ ਕੇ ਮੈਂ ਗੱਲ ਕਰਾਂਗਾ ਕਿ ਇੱਕ ਤਾਂ ਇੰਟਰ ਪ੍ਰੋਵਿੰਸ਼ੀਅਲ ਕਨਫੈਡਰੇਸ਼ਨ ਹੁੰਦੀ ਹੈ, ਇੱਕ ਇੰਟਰ ਗੌਰਮੈਂਟਲ ਕਨਫੈਡਰੇਸ਼ਨ ਹੁੰਦੀ ਹੈ। ਪਰ ਪੰਜਾਬ ਹਿੰਦੁਸਤਾਨ ਦੇ ਵਿੱਚ ਲਾਈਕ ਅਮਰੀਕਾ ਕੈਨੇਡਾ ਇੰਟਰ ਪ੍ਰੋਵਿੰਸ਼ੀਅਲ ਕਨਫੈਡਰਲ ਸਿਸਟਮ ਜਿਹੜਾ ਹੈ ਉਹ ਸੂਟ ਕਰਦਾ ਹੈ। ਸੋ ਮੇਰੀ ਬੇਨਤੀ ਹੈ ਕਿ ਇਹ ਜਿਹੜੀ ਸਟਰਕਚਰ ਲੜਾਈ ਜਿਹੜੀ ਹੈ ਇਹ ਫੈਡਰਲ ਸਟਰਕਚਰ ਤੋਂ ਅੱਗੇ ਜਾ ਕੇ ਕਨਫੈਡਰਲ ਸਟਰਕਚਰ ਬਣਾਈ ਚਾਹੀਦੀ ਹੈ। ਸੋ ਜੇਕਰ ਭਗਵੰਤ ਸਿੰਘ ਮਾਨ ਇਸ ਲੜਾਈ ਨੂੰ ਜ਼ਾਤੀ ਲੜਾਈ ਨਾ ਬਣਾ ਕੇ ਜਾਂ ਈਗੋ ਲੜਾਈ ਨਾ ਬਣਾ ਕੇ ਸਿਧਾਂਤਕ ਤੇ ਰਾਜਸੀ ਲੜਾਈ ਬਣਾਉਂਦੇ ਨੇ, ਔਰ ਬਣਨੀ ਚਾਹੀਦੀ ਹੈ, ਕਿਉਂਕਿ ਇੱਕ ਤਰ੍ਹਾਂ ਦਾ ਜਿਹੜਾ ਸਤ੍ਹਾ ਦੇ ਹੇਠਾਂ ਜੋ ਲਾਵਾ ਚੱਲ ਰਿਹਾ ਹੈ, ਇਹ ਲੜਾਈ ਕਿਤੇ ਨਾ ਕਿਤੇ ਲੜੀ ਜਾਣੀ ਚਾਹੀਦੀ ਹੈ ਨਾ ਜੀ। ਇਸ ਲਈ ਜੇਕਰ ਬਾਈ ਡਿਫਾਲਟ ਭਗਵੰਤ ਸਿੰਘ ਮਾਨ ਨੇ ਮੁੱਦੇ ਉਠਾ ਦਿੱਤੇ ਨੇ ਤਾਂ ਉਸ ਨੂੰ ਇਹ ਲੜਾਈ ਰਾਜਸੀ ਬਣਾਉਣੀ ਚਾਹੀਦੀ ਹੈ, ਸਿਧਾਂਤਕ ਬਣਾਉਣੀ ਚਾਹੀਦੀ ਹੈ, ਤਾਂ ਹੀ ਜਿਹੜੀ ਲੋਕਾਂ ਦੀ ਸਪੋਰਟ ਮਿਲ ਸਕਦੀ ਹੈ। ਸੋ ਮੈਂ ਮਹਿਸੂਸ ਕਰਦਾ ਕਿ ਇਹ ਜਿਹੜੀ ਲੜਾਈ ਹੈ ਇਹ ਬੀਜੇਪੀ ਵਰਸਸ ਆਮ ਆਦਮੀ ਪਾਰਟੀ ਨਹੀਂ ਬਣਨੀ ਚਾਹੀਦੀ, ਨਾ ਹੀ ਸੈਂਟਰਲ ਵਰਸਸ ਕੇਂਦਰ ਪੰਜਾਬ ਬਣਨੀ ਚਾਹੀਦੀ ਹੈ। ਇਹ ਸਿਧਾਂਤਕ ਲੜਾਈ ਬਣੇ। ਭਗਵੰਤ ਸਿੰਘ ਮਾਨ ਨੂੰ ਰਾਜਸੀ ਲੜਾਈ ਲੜਨੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਸ ਲਈ ਜਿਹੜੀਆਂ ਨਵੀਂ ਆਵਾਜ਼ ਲਿਖੀ ਜਾਣੀ ਚਾਹੀਦੀ ਹੈ ਸੈਂਟਰ ਸਟੇਟ ਰਿਲੇਸ਼ਨ ਦੀ, ਔਰ ਹਿੰਦੁਸਤਾਨ ਨੂੰ ਕਨਫੈਡਰਲ ਸਿਸਟਮ ਦਾ ਰੂਪ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਇਹ ਜਿਹੜੀ ਮਦਦ ਕਿਸੇ ਦੀ ਕਰ ਸਕੇ। ਯੂਨਾਈਟਿਡ ਸਿੱਖ ਮੂਵਮੈਂਟ ਸਾਡੀ ਸੰਸਥਾ ਜਿਹੜੀ ਸਾਡੇ ਵਿਦਵਾਨਾਂ ਦੀ ਅਤੇ ਸਾਰੇ ਐਕਟਿਵਿਟੀ ਚੱਲ ਰਹੀ ਹੈ, ਯੂਨਾਈਟਿਡ ਸਿੱਖ ਮੂਵਮੈਂਟ ਇਸ ਬਾਰੇ ਇੱਕ ਪੂਰਾ ਚਾਰਟਰ ਲੈ ਕੇ ਆਏਗਾ, ਤਾਂ ਜੋ ਅਸੀਂ ਇਸ ਬਾਰੇ ਕਨਫੈਡਰਲ ਸਿਸਟਮ ਨੂੰ ਕਿਵੇਂ ਪੰਜਾਬ ਤੋਂ ਸ਼ੁਰੂ ਕੀਤੀ ਜਾਵੇ। ਪੰਜਾਬ ਇੱਕ ਧਰਤੀ ਐਸੀ ਹੈ ਜਿਹੜੀ ਕਿ ਹਮੇਸ਼ਾ ਨਵੀਆਂ ਲਹਿਰਾਂ ਔਰ ਨਵੇਂ ਸੰਘਰਸ਼ ਲੜਦੀ ਆ ਰਹੀ ਹੈ। ਸੋ ਜੇਕਰ ਫੈਡਰਲ ਸਟਰਕਚਰ ਤੋਂ ਅੱਗੇ ਕਨਫੈਡਰਲ ਸਟਰਕਚਰ ਬਣਾਉਣ ਵਾਸਤੇ ਭਗਵੰਤ ਸਿੰਘ ਮਾਨ ਇੱਕ ਜਾਂ ਦੂਜੇ ਰੂਪ ਸਿਧਾਂਤਕ ਅਤੇ ਰਾਜਸੀ ਲੜਾਈ ਲੜਦੇ ਨੇ, ਤਾਂ ਯੂਨਾਈਟਿਡ ਸਿੱਖ ਮੂਵਮੈਂਟ ਉਹਦੀ ਪੂਰੀ ਮਦਦ ਕਰਨ ਨੂੰ ਤਿਆਰ ਹੈ। ਅਸੀਂ ਸਿੱਖ ਪੰਥ ਨੂੰ ਬੇਨਤੀ ਕਰਾਂਗੇ, ਜਿਹੜੀ ਸਾਰੇ ਸੰਘਰਸ਼ ਦੀ ਲੜੀਆਂ ਜਥੇਬੰਦੀ ਲੜ ਰਹੀਆਂ ਨੇ, ਕਿ ਇਸ ਵੇਲੇ ਪੰਜਾਬ ਦੇ ਵਕਾਰ ਦਾ ਸਵਾਲ ਹੈ। ਕੇਂਦਰ ਸਰਕਾਰ ਇੱਕ ਸਾਨੂੰ ਚੈਲੰਜ ਚੇਤਾਵਨੀ ਦਿੱਤੀ ਹੈ ਪ੍ਰੋਗਰਾਮ ਰਾਹੀਂ, ਇਸ ਦਾ ਕਿਵੇਂ ਮੁਕਾਬਲਾ ਕਰਨਾ ਹੈ, ਇਸ ਬਾਰੇ ਅਸੀਂ ਇੱਕ ਤਰੀਕੇ ਨਾਲ ਲੜਾਈ ਲੜੀਏ ਔਰ ਭਗਵੰਤ ਸਿੰਘ ਮਾਨ ਨੂੰ ਸਿੱਧੇ ਰੂਪ ਵਿੱਚ ਸ਼ਕਤੀ ਦੇਈਏ, ਤਾਂ ਕਿ ਪੰਜਾਬ ਦਾ ਵਕਾਰ ਔਰ ਸਿੱਖ ਸੰਘਰਸ਼ ਜਿਹੜਾ ਇੱਕ ਨਵੇਂ ਰੂਪ ਵਿੱਚ ਸਾਹਮਣੇ ਆ ਸਕੇ। ਮੈਂ ਸਮਝਦਾ ਕਿ ਇੱਥੇ ਨੂੰ ਆ ਕੇ ਇੱਕ ਨਵੀਂ ਰਾਜਸੀ ਲੜਾਈ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਵੇਟ ਕਰ ਰਹੀ ਹੈ। ਭਾਵੇਂ ਪੰਜਾਬ ਦੇ ਲੋਕ ਕਈ ਤਰ੍ਹਾਂ ਦੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ, ਹੜ੍ਹਾਂ ਦੀ ਸਥਿਤੀ ਹੈ, ਬਾਰੇ ਸਥਿਤੀ ਨਿਕਲ ਜਾਏਗੀ, ਪਰ ਇੱਕ ਨਵੀਂ ਲੜਾਈ ਜੇ ਬਣਦੀ ਹੈ ਤੇ ਇਸ ਵਾਸਤੇ ਸਾਨੂੰ ਉਹਨੂੰ ਬਣਾਉਣੀ ਚਾਹੀਦੀ ਹੈ। ਭਗਵੰਤ ਸਿੰਘ ਮਾਨ ਨੂੰ ਆਪਾਂ ਇਸ ਵਾਸਤੇ ਸਪੋਰਟ ਕਰਨਾ ਚਾਹੀਦਾ ਹੈ। ਧੰਨਵਾਦ ਜੀ।